ਨਾਜ਼ਰੀਨ, ਜੰਗਲ ਦਾ ਸ਼ੇਰ ਬੁੱਢਾ ਹੋ ਗਿਆ। ਉਹਦਾ ਇੱਕ ਬੇਟਾ ਸੀ। ਉਹਨੇ ਆਖਿਆ, ਪੁੱਤਰਾ ਮੇਰੀ ਤਾਂ ਜ਼ਿੰਦਗੀ ਥੋੜ੍ਹੀ ਰਹਿ ਗਈ। ਉਂਝ ਮੇਰੀ ਇੱਕ ਨਸੀਹਤ ਯਾਦ ਰੱਖੀ ਕਿ ਇਨਸਾਨ ਦੇ ਕੋਲੋਂ ਬਚੀ, ਜ਼ਿੰਦਗੀ ਦੇ ਵਿੱਚ ਕੋਈ ਉਹਦੇ ਨਾਲ ਪੰਗਾ ਨਾ ਪਾ ਲਈ। ਸ਼ੇਰ ਮਰ ਗਿਆ। ਔਰ ਜਦੋਂ ਸ਼ੇਰ ਦਾ ਬੇਟਾ ਜਵਾਨ ਹੋਇਆ ਨਾ, ਤਾਂ ਉਹਨੇ ਆਖਿਆ ਕਿ ਪਿਓ ਮੇਰਾ ਆਂਦਾ ਸੀ ਇਨਸਾਨ ਦੇ ਕੋਲੋਂ ਬਚੀ, ਅਤੇ ਵੇਖੀਏ ਤਾਂ ਸਹੀ ਇਨਸਾਨ ਕੀ ਬਲਾ ਹੈ। ਇਹ ਸੋਚ ਲੈ ਕੇ ਜਦੋਂ ਆਪਣੇ ਘਰੋਂ ਚੱਲਿਆ, ਤਾਂ ਅੱਗੇ ਰਸਤੇ ਦੇ ਵਿੱਚ ਇੱਕ ਊਂਠ ਮਿਲਿਆ ਉਹਨੂੰ। ਊਂਠ ਨੂੰ ਵੇਖ ਕੇ ਆਂਦਾ ਕਿ ਇਹ ਬੜੀ ਵੱਡੀ ਬਲਾ ਹੈ, ਸ਼ਾਇਦ ਇਹ ਇਨਸਾਨ ਹੋਣਾ। ਊਂਠ ਨੂੰ ਪੁੱਛਦਾ ਕਿ ਤੂੰ ਇਨਸਾਨ ਹੈ? ਉਹਨੇ ਆਖਿਆ ਮੈਂ ਤਾਂ ਇਨਸਾਨ ਨੇ, ਉਂਝ ਮੇਰੀ ਇੱਕ ਨਸੀਹਤ ਯਾਦ ਰੱਖੀ ਕਿ ਇਨਸਾਨ ਦੇ ਕੋਲੋਂ ਬਚ ਕੇ ਰਹੀ। ਉਹਨੇ ਆਖਿਆ ਕਿਉਂ? ਉਹਨੇ ਆਖਿਆ ਕਿ ਵੇਖ ਲਾ, ਮੈਂ ਕਿੱਡਾ ਵੱਡਾ ਜਾਨਵਰ ਹਾਂ ਔਰ ਮੇਰੇ ਨੱਕ ਦੇ ਵਿੱਚ ਇੱਕ ਛੋਟੀ ਜਿਹੀ ਕਿੱਲੀ ਫਸਾਈ ਹੈ, ਅਤੇ ਇਹਦੇ ਨਾਲ ਮੈਨੂੰ ਜਿੱਧਰ ਨੂੰ ਮਰਜ਼ੀ ਖਿੱਚੀ ਫਿਰਦਾ, ਮੇਰਾ ਕੋਈ ਵੱਸ ਨਹੀਂ ਚੱਲਦਾ ਕਿਸੇ ਪਾਸੇ, ਅਤੇ ਇਸ ਵਾਸਤੇ ਤੈਨੂੰ ਕਹਿਣਾ ਕਿ ਇਨਸਾਨ ਦੇ ਕੋਲੋਂ ਬਚ ਕੇ ਰਹੀ। ਉਹਨੇ ਆਖਿਆ ਠੀਕ ਹੈ। ਉਸ ਤੋਂ ਅੱਗੇ ਗਿਆ। ਅੱਗੇ ਇੱਕ ਜੰਗਲ ਦੇ ਵਿੱਚ ਛੱਪੜੀਆਂ ਦੇ ਵਿੱਚ ਇੱਕ ਮੱਝ ਜਿਹੜੀ ਹੈ ਘਾਹ ਬੂਟ ਖਾਣ ਡਈ ਔਰ ਛੱਪੜੀਆਂ ਦੇ ਵਿੱਚ ਲੇਟਦੀ ਹੈ ਵੀ, ਅਤੇ ਉਹਨੂੰ ਜਾ ਕੇ ਪੁੱਛਦਾ ਸ਼ੇਰ ਕਿ ਇਨਸਾਨ ਤੂੰ ਹੈ? ਉਹਨੇ ਆਖਿਆ ਮੈਂ ਤਾਂ ਇਨਸਾਨ ਨੇ, ਉਂਝ ਮੇਰੀ ਨਸੀਹਤ ਯਾਦ ਰੱਖੀ ਕਿ ਇਨਸਾਨ ਦੇ ਕੋਲੋਂ ਬਚ ਕੇ ਰਵੀਂ। ਉਹਨੇ ਆਖਿਆ ਕਿਉਂ? ਉਹਨੇ ਆਖਿਆ ਕਿ ਸੁਬਾਹ ਦਾ ਮੈਨੂੰ ਹਲੇ ਜੁੱਤਾ ਹੈ, ਅਤੇ ਉੱਥੋਂ ਛੱਡਿਆ ਤੋਂ ਡੰਡੇ ਮਾਰ ਕੇ ਇੱਧਰ ਨੂੰ ਕੱਢ ਛੱਡਿਆ। ਹੁਣ ਮੈਂ ਸ਼ਾਮ ਤੱਕ ਜਿਹੜਾ ਘਾਹ ਬੂਟ ਚੁੱਕ ਚੱਕ ਕੇ ਘਰ ਜਾਣਾ। ਜੇ ਸ਼ਾਮ ਨੂੰ ਦੁੱਧ ਨਾ ਦਿੱਤਾ ਤਾਂ ਵੀ ਮੈਨੂੰ ਡੰਡੇ ਪੈਣੇ ਨੇ। ਇਸ ਵਾਸਤੇ ਤੈਨੂੰ ਮੈਂ ਕਿਹਾ ਕਿ ਇਨਸਾਨ ਦੇ ਕੋਲੋਂ ਬਚੀ। ਉਸ ਤੋਂ ਅੱਗੇ ਗਿਆ। ਅੱਗੇ ਇੱਕ ਗਿੱਦੜ ਮਿਲਿਆ, ਅਤੇ ਗਿੱਦੜ ਪੁੱਛਦਾ ਕਿ ਜੰਗਲ ਦੇ ਬਾਦਸ਼ਾਹ ਕਿੱਧਰ ਜਾ ਰਹੇ ਹੋ? ਉਹਨੇ ਆਖਿਆ ਯਾਰ ਮੈਂ ਇਨਸਾਨ ਨੂੰ ਮਿਲਣਾ ਔਰ ਉਹਦੇ ਨਾਲ ਮੈਂ ਘੋਲ ਲੈਣਾ। ਗਿੱਦੜ ਆਖਣ ਲੱਗਾ ਕਿ ਆ ਮੈਂ ਤੇਰਾ ਮਿਲਾਪ ਇਨਸਾਨ ਦੇ ਨਾਲ ਕਰਾਉਣਾ ਵਾ। ਗਿੱਦੜ ਨੂੰ ਲੈ ਕੇ ਤੁਰ ਪਿਆ। ਅੱਗੇ ਜੰਗਲ ਦੇ ਵਿੱਚ ਇੱਕ ਬੰਦਾ ਜਿਹੜਾ ਉਹ ਦਰਖਤ ਵੱਢਣ ਡਿਆ ਸੀ। ਦੂਰ ਖਲੋ ਕੇ ਗਿੱਦੜ ਆਂਦਾ ਕਿ ਉਹ ਇਨਸਾਨ ਦਰਖਤ ਵੱਢਣ ਡਿਆ, ਉਹਦੇ ਨਾਲ ਜਾ ਕੇ ਘੋਲ ਲੈ। ਜਦੋਂ ਸ਼ੇਰ ਉੱਧਰ ਨੂੰ ਤੁਰਿਆ ਤਾਂ ਬੰਦੇ ਨੇ ਵੇਖਿਆ ਕਿ ਸ਼ੇਰ ਮੇਰੇ ਵੱਲ ਨੂੰ ਆ ਰਿਹਾ, ਤੇ ਉਹ ਦਰਖਤ ਦੇ ਉੱਤੇ ਚੜ੍ਹ ਗਿਆ। ਸ਼ੇਰ ਥੱਲੇ ਜਾ ਕੇ ਆਂਦਾ ਇਨਸਾਨ ਤੂੰ? ਉਹਨੇ ਆਖਿਆ ਆਹੋ ਮੈਂ ਹਾਂ ਇਨਸਾਨ। ਉਹਨੇ ਆਖਿਆ ਥੱਲੇ ਆ, ਮੈਂ ਤੇਰੇ ਨਾਲ ਘੋਲ ਲੈਣਾ। ਉਹਨੇ ਆਖਿਆ ਮੈਂ ਅਜੇ ਨਹੀਂ ਘੁਲਦਾ, ਮੇਰਾ ਕੰਮ ਅਜੇ ਬੜਾ, ਮੈਂ ਕੰਮ ਕਾ ਕੇ ਆਪਣਾ ਤੇ ਫਿਰ ਤੇਰੇ ਨਾਲ ਘੁਲਾਂਗਾ, ਤੇ ਤੂੰ ਇਹਦੇ ਵਿੱਚ ਮੇਰੀ ਮਦਦ ਕਰ। ਉਹਨੇ ਆਖਿਆ ਕਿਸ ਤਰ੍ਹਾਂ ਤੇਰੀ ਮਦਦ ਕਰਾਂ? ਉਹਨੇ ਆਖਿਆ 2-4 ਕਿੱਲੇ ਪਿੱਛੇ ਦੂਰ ਹੋ ਕੇ ਬਹਿ, ਤੇ ਮੈਂ ਦਰਖਤ ਵੱਢ ਲਾਂ, ਡਿੱਗ ਪਏਗਾ, ਤੇ ਦੋਵੇਂ ਜਣੇ ਵਿਹਲੇ ਹੋ ਕੇ ਘੁਲ ਲਵਾਂਗੇ। ਉਹਨੇ ਆਖਿਆ ਠੀਕ ਹੈ। ਸ਼ੇਰ ਜਿਹੜਾ 2-4 ਕਿੱਲੇ ਦੂਰ ਹੋ ਕੇ ਬਹਿ ਗਿਆ। ਬੰਦਾ ਥੱਲੇ ਉਤਰਿਆ। ਉਹਨੇ ਉਸ ਹਿਸਾਬ ਨਾਲ ਚੀਰਾ ਵਿੱਚ ਪਾਇਆ ਜੜ੍ਹਾਂ ਦੇ ਕੇ ਜਿਹੜਾ ਸ਼ੇਰ ਵਿੱਚ ਫਸ ਜੇ। ਚੀਰਾ ਪਾ ਕੇ ਤੋਂ ਨਾਲ ਦੇ ਦਰਖਤ ਤੇ ਚੜ੍ਹ ਗਏ। ਉਹਨੇ ਆਖਿਆ ਤੇਰੇ 'ਚ ਜ਼ੋਰ ਬੜਾ ਯਾਰ, ਤੇ ਜ਼ਰਾ ਕੇ ਇੱਧਰ ਆਈ ਆ, ਮਾਰੀ ਦੋ ਭੱਬ, ਤੇ ਦਰਖਤ ਡਿੱਗ ਪਏ, ਤੇ ਫਿਰ ਮੈਂ ਵੀ ਵਿਹਲਾ ਹੋ ਜਾਂ ਤੇ ਤੇਰੇ ਨਾਲ ਘੁਲ ਪਾਂਗਾ। ਸ਼ੇਰ ਆਇਆ। ਉਹਨੇ ਆਪਣੇ ਪੂਰੇ ਜ਼ੋਰ ਨਾਲ ਦੋਵੇਂ ਆਪਣੇ ਅਗਲੇ ਪੰਜੇ ਮਾਰੇ। ਉਹ ਪੰਜੇ ਗਏ ਵਿੱਚ ਫਸ। ਜੋ ਹੀ ਪੰਜੇ ਵਿੱਚ ਫਸ ਗਏ ਤਾਂ ਜਿਹੜਾ ਬੰਦਾ ਸੀ ਉਹ ਛੇਤੀ ਨਾਲ ਦਰਖਤ ਤੋਂ ਉਤਰਿਆ, ਔਰ ਨਾਲ ਉਹਦਾ ਪਿੰਡ ਹੀ, ਪਿੰਡ ਵੱਲ ਨੂੰ ਨੱਸ ਪਿਆ। ਤੇ ਸ਼ੇਰ ਆਂਦਾ ਕਿੱਥੇ ਚੱਲਾਂ? ਉਹਨੇ ਆਖਿਆ ਕਿ ਤੇਰੀ ਤੇ ਮੇਰੀ ਕੁਸ਼ਤੀ ਹੋਣੀ ਹੈ, ਯਾਨੀ ਅਸਾਂ ਦੋਵਾਂ ਘੁਲਣਾ, ਤੇ ਤੀਸਰਾ ਬੰਦਾ ਗਵਾਹ ਕੋਈ ਨਹੀਂ ਸਾਡੇ ਕੋਲ ਕਿ ਜਿਹੜਾ ਸਾਡਾ ਇਨਸਾਫ ਕਰੇ ਕਿ ਕੌਣ ਜਿੱਤਿਆ ਤੇ ਕੌਣ ਹਾਰਿਆ, ਤੇ ਮੈਂ ਗਵਾਹ ਲੈਣ ਚੱਲਾਂ। ਉਹ ਬੰਦਾ ਪਿੰਡ ਗਿਆ। ਕਿਸੇ ਢਾਰੇ ਦੇ ਵਿੱਚ ਪੰਜਾਲੀ ਦਾ ਜੂਲਾ ਪਿਆ ਸੀ, ਲਿਆ ਕੇ ਫੜ ਕੇ ਉਹ ਸ਼ੇਰ ਨੂੰ ਫੇਰਿਆ, ਉਹ ਸ਼ੇਰ ਨੂੰ ਫੇਰਿਆ ਕਿ ਮਾਰ ਕੇ ਸ਼ੇਰ ਨੂੰ ਹਾਲੋ ਬੇਹਾਲ ਕਰ ਦਿੱਤਾ। ਸ਼ੇਰ ਲਏ ਤਰਲੇ, ਮਾਫੀਆਂ ਮੰਗੇ ਕਿ ਤੈਨੂੰ ਖੁਦਾ ਦਾ ਵਾਸਤਾ ਹੀ ਮੈਨੂੰ ਛੱਡ, ਤੈਨੂੰ ਤੇਰੀ ਇਨਸਾਨੀਅਤ ਦਾ ਵਾਸਤਾ ਹੀ ਮੈਨੂੰ ਛੱਡ। ਜਦੋਂ ਸ਼ੇਰ ਬੇਦਲ ਹੋ ਗਿਆ, ਬਿਲਕੁਲ ਇੰਨਾ ਉਹਨੇ ਮਾਰਿਆ ਕਿ ਸ਼ੇਰ ਬੇਦਲ ਹੋ ਗਿਆ। ਉਹਨੇ ਛੱਡਿਆ ਤੇ ਸ਼ੇਰ ਉੱਥੋਂ ਨੱਸਿਆ। ਅੱਗੇ ਉਹਨੂੰ ਗਿੱਦੜ ਮਿਲਿਆ। ਗਿੱਦੜ ਪੁੱਛਦਾ ਸੁਣਾ ਫਿਰ ਇਨਸਾਨ ਮਿਲਿਆ ਹੀ ਕੈਸਾ? ਉਹਨੇ ਆਖਿਆ ਇਨਸਾਨ ਤੇ ਕਿਤੇ ਰਹਿ ਗਿਆ, ਉਹਨੇ ਜਿਹੜਾ ਗਵਾਹ ਆਂਦਾ ਸੀ ਨਾ, ਉਹਨੇ ਹੀ ਮੇਰਾ ਤੇ ਸਤਿਆਨਾਸ਼ ਕਰ ਛੜਿਆ। ਮਾਰ ਕੇ ਮੇਰੀ ਤੇ ਤਬਾਹੀ ਪੁੱਟ ਛੜੀ ਹੈ, ਔਰ ਜ਼ਿੰਦਗੀ ਦੇ ਵਿੱਚ ਅੱਗੋਂ ਇਨਸਾਨ ਦੇ ਨਾਲ ਮੈਂ ਪੰਗਾ ਨਹੀਂ ਲਾਂਗਾ।